Hello students, welcome to EduSite. This is Reena Hansa. Students, ਅੱਜ ਅਸੀਂ ਪੋਇਮ ਪੜਾਂਗੇ ਮਦਰਸ ਡੇ ਤੇ ਇਹ ਜਿਹੜੀ ਪੋਇਮ ਹੈ ਇਹ ਸ਼ਿਵ ਕੇ ਕੁਮਾਰ ਦੁਆਰਾ ਰਚਿਤ ਹੈ। ਇਹਦੇ ਪੋਇਟ ਸ਼ਿਵ ਕੇ ਕੁਮਾਰ ਹਨ ਤੇ ਗਲੋਬਲਾਈਜੇਸ਼ਨ ਦੀ ਵਜ੍ਹਾ ਨਾਲ ਜਾਂ ਕਹਿ ਲਓ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਕਾਰਨ ਪੂਰਾ ਵਿਸ਼ਵ ਜਿਹੜਾ ਹੈ ਉਹ ਇੱਕ ਵੱਡਾ ਪਿੰਡ ਬਣ ਗਿਆ ਹੈ, ਜਿਸ ਕਾਰਨ ਸਾਨੂੰ ਕਈ ਦੇਸ਼ਾਂ ਦੀ ਸੰਸਕ੍ਰਿਤੀ ਅਤੇ ਰਹਿਣ ਸਹਿਣ ਬਾਰੇ ਜਾਣਨ ਦਾ ਮੌਕਾ ਮਿਲ ਰਿਹਾ ਹੈ। ਸਾਨੂੰ ਉਹਨਾਂ ਲੋਕਾਂ ਦੇ ਦਿਨਾਂ ਅਤੇ ਤਿਉਹਾਰਾਂ ਬਾਰੇ ਕਾਫੀ ਉਤਸੁਕਤਾ ਰਹਿੰਦੀ ਹੈ। ਕਈ ਐਸੇ ਦਿਨ ਅਤੇ ਤਿਉਹਾਰ ਹਨ ਜੋ ਹੁਣ ਪੱਛਮੀ ਪ੍ਰਭਾਵ ਦੇ ਕਾਰਨ ਸਾਡੇ ਦੇਸ਼ ਵਿੱਚ ਵੀ ਮਨਾਏ ਜਾਂਦੇ ਹਨ। ਅੱਜ ਅਸੀਂ ਇੱਦਾਂ ਦੇ ਹੀ ਇੱਕ ਤਿਉਹਾਰ ਜਾਂ ਕਹਿ ਸਕਦੇ ਹੋ ਇੱਦਾਂ ਦੇ ਹੀ ਇੱਕ ਦਿਨ ਦੀ ਗੱਲ ਕਰ ਰਹੇ ਹਾਂ ਜੋ ਕਿ ਹੈ ਮਦਰਸ ਡੇ ਜਾਂ ਮਾਤਰ ਦਿਵਸ। ਅੱਜ ਅਸੀਂ ਇਸ ਦੇ ਬਾਰੇ 'ਚ ਪੜ੍ਹਾਵਾਂਗੇ। ਇਹ ਜਿਹੜਾ ਦਿਨ ਹੈ ਇਹ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਅਤੇ ਭਾਰਤੀ ਲੋਕਾਂ ਨੇ ਇਸ ਨੂੰ ਬਹੁਤ ਹੀ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਆ। ਅਤੇ ਜਿਹੜੀ ਇਹ ਕਵਿਤਾ ਹੈ, ਇਸ ਕਵਿਤਾ ਵਿੱਚ ਜਿਹੜੇ ਮਦਰ ਡੇ ਕਵਿਤਾ ਹੈ ਇਹ ਇੱਕ ਛੋਟੀ ਜਿਹੀ ਬਹੁਤ ਹੀ ਮਹੱਤਵਪੂਰਨ ਕਵਿਤਾ ਹੈ, ਕਿਉਂਕਿ ਭਾਰਤ ਵਿੱਚ ਮਾਂ ਨੂੰ ਬਹੁਤ ਅਹਿਮ ਸਥਾਨ ਦਿੱਤਾ ਜਾਂਦਾ ਹੈ। ਅਸੀਂ ਆਪਣੇ ਦੇਸ਼ ਨੂੰ ਵੀ ਭਾਰਤ ਮਾਂ ਆਖਦੇ ਹਨ ਅਤੇ ਇਸ ਤੋਂ ਹੀ ਇਹ ਚੀਜ਼ ਕਲੀਅਰ ਹੈ ਕਿ ਭਾਰਤੀ ਲੋਕ ਜਿਹੜੇ ਹੈ ਉਹਨਾਂ ਦੇ ਜੀਵਨ ਵਿੱਚ ਆਪਣੀ ਮਾਂ ਦਾ ਕੀ ਸਥਾਨ ਹੈ। ਸੋ ਬਿਫੋਰ ਸਟਾਰਟਿੰਗ ਦ ਪੋਇਮ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਸ ਦੀ ਇੰਟਰੋ ਦੇ ਦਿੰਦੀ ਹਾਂ ਕਿ ਕਵੀ ਐਕਚੁਅਲੀ ਕੀ ਐਕਸਪ੍ਰੈਸ ਕਰਨਾ ਚਾਹੁੰਦਾ ਹੈ। ਕਵੀ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਵੈਸਟਰਨ ਕਲਚਰ ਹੈ ਯਾਨੀ ਕਿ ਪੱਛਮੀ ਪ੍ਰਭਾਵ ਹੈ, ਪੱਛਮੀ ਕਲਚਰ ਹੈ, ਉਹਨਾਂ ਦਾ ਰਹਿਣ ਸਹਿਣ ਹੈ, ਉਹ ਜਿਹੜੇ ਲੋਕ ਹੈ ਉਹ ਆਪਣੇ 365 ਦਿਨਾਂ ਵਿੱਚੋਂ ਇੱਕ ਦਿਨ ਜਿਹੜਾ ਹੈ ਉਹ ਮਦਰਸ ਡੇ ਨੂੰ ਦੇ ਦਿੰਦੇ ਹੈ, ਮਦਰਸ ਨੂੰ ਦੇ ਦਿੰਦੇ ਹਨ। ਅਤੇ ਕਵੀ ਇਹਦੇ ਫੇਵਰ ਵਿੱਚ ਨਹੀਂ ਹੈ, ਕਿਉਂਕਿ ਕਵੀ ਕਹਿੰਦਾ ਹੈ ਕਿ ਜੇ ਅਸੀਂ 365 ਵਿੱਚੋਂ ਇੱਕ ਦਿਨ ਜਿਹੜਾ ਹੈ ਉਹ ਅਸੀਂ ਮਾਂ ਨੂੰ ਦੇ ਰਹੇ ਹਾਂ ਤਾਂ 364 ਦਿਨ ਜਿਹੜੇ ਹੈ ਕਿ ਉਹ ਮਾਂ ਮਹੱਤਵਪੂਰਨ ਨਹੀਂ ਹੈ ਸਾਡੇ ਲਈ। ਠੀਕ ਹੈ, ਅਤੇ ਉਹ ਕਹਿੰਦਾ ਹੈ ਕਿ ਭਾਰਤ ਵਿੱਚ ਇਵੇਂ ਨਹੀਂ ਹੁੰਦਾ। ਅਸੀਂ ਸਾਡੇ ਲਾਈਫ ਜਿੰਨੀ ਪੂਰੀ ਦੀ ਪੂਰੀ ਹੀ ਲਾਈਫ ਸਾਡੀ ਜਿਹੜੀ ਹੈ ਉਹ ਤਾਂ ਸਾਡੀ ਮਾਂ ਦੇ ਲਈ ਹੀ ਹੈ, ਕਿਉਂਕਿ ਉਸੀ ਨੇ ਸਾਨੂੰ ਜਨਮ ਦਿੱਤਾ ਆ ਕਿ ਮਾਂ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੀ ਹੈ। ਸੋ ਚਲੋ ਪੋਇਮ ਸਟਾਰਟ ਕਰਦੇ ਹਾਂ। We do it differently in this dark continent. ਇੱਥੇ ਡਾਰਕ ਕੰਟੀਨੈਂਟ ਮੀਨ ਟੂ ਸੇ ਇੰਡੀਆ ਨੂੰ ਕਿਹਾ ਗਿਆ ਹੈ, ਭਾਰਤ ਨੂੰ ਕਿਹਾ ਗਿਆ ਹੈ। ਜਿਹੜੇ ਅੰਗਰੇਜ਼ ਨੇ ਇਹ ਅਫਰੀਕਨ ਕੰਟਰੀਜ਼ ਨੂੰ ਹੀ ਨਹੀਂ, ਭਾਰਤ ਨੂੰ ਵੀ ਡਾਰਕ ਕੰਟੀਨੈਂਟ ਵਜੋਂ ਜਾਣਦੇ ਹਨ। ਅਤੇ ਵੀ ਡੂ ਇਟ ਡਿਫਰੈਂਟਲੀ ਮੀਨਸ ਇਸ ਵਿੱਚ ਕਵੀ ਦਾ ਭਾਵ ਹੈ ਕਿ ਭਾਰਤ ਵਿੱਚ ਜਿਹੜੇ ਹੈ ਉਹ ਲੋਕ ਮਦਰਸ ਡੇ ਨੂੰ ਵੱਖਰੇ ਤਰੀਕੇ ਨਾਲ ਮਨਾਉਂਦੇ ਹਨ। ਠੀਕ ਹੈ, ਕਿ ਇੱਥੇ ਲੋਕ ਜਿਹੜੇ ਹੈ ਅਲੱਗ ਢੰਗ ਨਾਲ ਇਸ ਨੂੰ ਮਨਾਉਂਦੇ ਹਨ। ਨੋਟ ਜਸਟ ਵਨਸ ਅ ਈਅਰ, ਇਸ ਤੋਂ ਮਤਲਬ ਹੈ ਕਿ ਸਾਲ ਵਿੱਚ ਇੱਕ ਵਾਰ ਨਹੀਂ ਮਨਾਇਆ ਜਾਂਦਾ ਇਹ ਤਿਉਹਾਰ ਸਾਡੇ ਇੱਥੇ। ਹੁਣ ਇਹਦੇ ਵਿੱਚ ਜਿਹੜੇ ਕਵੀ ਹੈ ਪੋਇਟ ਨੇ ਉਹ ਪੱਛਮੀ ਪ੍ਰਭਾਵ ਬਾਰੇ ਦੱਸ ਰਹੇ ਨੇ, ਪੱਛਮੀ ਲੋਕਾਂ ਬਾਰੇ ਦੱਸ ਰਹੇ ਨੇ ਕਿ ਉਹ ਕਿਵੇਂ ਮਨਾਉਂਦੇ ਹਨ। ਅ ਸਟ੍ਰਿੰਗ ਆਫ spurious verses ensconced in a bouquet shaped like a Chinese house of dreams। ਯਾਨੀ ਕਿ ਉੱਥੇ ਦੇ ਲੋਕ ਕੀ ਕਰਦੇ ਹਨ, ਅੰਗਰੇਜ਼ ਕੀ ਕਰਦੇ ਹਨ, ਉਹ ਇੱਕ ਵਧੀਆ ਜਿਹਾ ਬੁੱਕੇ ਲੈਂਦੇ ਹੈ। ਬੁੱਕੇ ਇਸ ਤਰੀਕੇ ਦਾ ਹੁੰਦਾ ਹੈ ਜਿੱਦਾਂ ਇੱਕ ਚਾਈਨੀਜ਼ ਹਾਊਸ ਆਫ ਡਰੀਮ ਕਿਹਾ ਗਿਆ ਹੈ, ਮਤਲਬ ਕਿ ਜਿੱਦਾਂ ਚਾਈਨਾ ਦਾ ਚੀਨ ਵਿੱਚ ਜਿਹੜੇ ਘਰ ਹੁੰਦੇ ਹਨ ਉਹ ਲੇਅਰਸ 'ਚ ਬਣੇ ਹੁੰਦੇ ਹਨ। ਠੀਕ ਹੈ, ਅਲੱਗ-ਅਲੱਗ ਲੇਅਰਸ 'ਚ ਬਣੇ ਹੁੰਦੇ, ਪਰਤਾਂ ਵਿੱਚ ਬਣੇ ਹੁੰਦੇ ਹਨ ਅਤੇ ਉਸੀ ਤਰੀਕੇ ਨਾਲ ਉਸੀ ਸ਼ੇਪ ਦਾ ਇੱਕ ਬੁੱਕੇ ਲੈਂਦੇ ਹੈ ਵੱਡਾ ਜਿਹਾ, ਅਤੇ ਉਹਦੇ ਵਿੱਚ ਕਾਰਡਸ ਦੇ ਉੱਤੇ ਬਹੁਤ ਸੋਹਣੀ ਸੋਹਣੀ ਕਵਿਤਾਵਾਂ ਝੂਠੀਆਂ, ਜਿਹਨੂੰ ਅਸੀਂ ਕਵੀ ਕਹਿ ਰਿਹਾ ਹੈ ਸਪੂਰੀਅਸ ਵਰਸਿਸ, ਯਾਨੀ ਕਿ ਝੂਠੀਆਂ ਕਵਿਤਾਵਾਂ ਹੈ। ਅਸਲ ਵਿੱਚ ਇੱਦਾਂ ਦਾ ਕੁਛ ਨਹੀਂ ਹੈ, ਮਤਲਬ ਝੂਠੀਆਂ ਅਸੀਂ ਤਾਰੀਫਾਂ ਕਰਕੇ ਅਤੇ ਕਾਰਡ ਜਿਹੜਾ ਹੈ ਉਹ ਬੁੱਕੇ ਵਿੱਚ ਰੱਖ ਦਿੰਦੇ ਹਨ। ਠੀਕ ਹੈ, ਇਹ ਕਿੱਥੇ ਹੁੰਦਾ ਹੈ, ਅੰਗਰੇਜ਼ਾਂ ਦੁਆਰਾ ਹੁੰਦਾ ਹੈ, ਅੰਗਰੇਜ਼ ਇੱਦਾਂ ਕਰਦੇ ਹਨ। My mother is more demanding, an absence
at each sunrise, like a devotee throwing a handful of yellow rice to the birds, holding a candelabrum before an idol, just once a year is desecrating it. ਇਸ ਤੋਂ ਭਾਵ ਹੈ ਕਿ ਜਿਹੜੀ ਮੇਰੀ ਮਦਰ ਹੈ, ਮੇਰੀ ਮਾਂ ਹੈ ਜਿਹੜੀ, ਉਹ ਜ਼ਿਆਦਾ ਡਿਮਾਂਡਿੰਗ ਹੈ। ਡਿਮਾਂਡਿੰਗ ਦਾ ਇੱਥੇ ਮਤਲਬ ਇਹ ਨਹੀਂ ਹੈ ਕਿ ਉਹ ਜ਼ਿਆਦਾ ਮੰਗਦੀ ਹੈ, ਇੱਥੇ ਇਸ ਤੋਂ ਭਾਵ ਹੈ ਕਿ ਮੇਰੀ ਮਾਂ ਇਸ ਤੋਂ ਜ਼ਿਆਦਾ ਡਿਜ਼ਰਵ ਕਰਦੀ ਹੈ, ਤਾਂ ਇਸ ਤੋਂ ਜ਼ਿਆਦਾ ਉਹ ਇਸ ਤੋਂ ਜ਼ਿਆਦਾ ਦੀ ਹੱਕਦਾਰ ਹੈ। ਸਿਰਫ ਇੱਕ ਬੁੱਕੇ ਦੇ ਕੇ ਜਾਂ ਬਹੁਤ ਸੋਹਣੀ ਕਵਿਤਾਵਾਂ ਲਿਖ ਕੇ ਅਸੀਂ ਆਪਣੀ ਮਦਰ ਜਿਹੜੀ ਹੈ ਉਸਨੂੰ ਅਸੀਂ ਖੁਸ਼ ਨਹੀਂ ਕਰਨਾ ਚਾਹੁੰਦੇ। ਸਾਡੀ ਮਦਰ ਇਸ ਤੋਂ ਜ਼ਿਆਦਾ ਦੀ ਹੱਕਦਾਰ ਹੈ। ਐਂਡ ਓਬੇਸੈਂਸ ਮਤਲਬ ਕਿ ਹਰ ਜਦ ਵੀ ਸੂਰਜ ਉਗੇ ਮੈਂ ਉਹਨੂੰ ਚਾਹੁੰਦਾ ਹੈ ਕਿ ਮੈਂ ਉਹਨੂੰ ਸ਼ਰਧਾ ਦੇ ਫੁੱਲ ਜਿਹੜਾ ਝੁੱਕ ਕੇ ਮੈਂ ਉਹਨੂੰ ਪ੍ਰਣਾਮ ਕਰਾਂ, ਜਾਂ ਸ਼ਰਧਾ ਦੇ ਫੁੱਲ ਅਰਪਣ ਕਰਾਂ, ਜਾਂ ਜਿੱਦਾਂ ਵੀ ਇਸਦਾ ਤੁਸੀਂ ਕਹਿ ਸਕਦੇ ਹੋ ਕਿ ਝੁੱਕ ਕੇ ਆਪਣੀ ਮਾਤਾ ਨੂੰ ਪ੍ਰਣਾਮ ਕਰਨਾ ਵੀ ਅਸੀਂ ਇਸ ਤੋਂ ਲੈ ਸਕਦੇ ਹਾਂ ਕਿ ਪੈਰ ਛੂਹਣਾ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਜਿਹੜੀ ਹੈ ਉਹਨਾਂ ਨੂੰ ਸ਼ਰਧਾ ਅਰਪਣ ਕਰਨਾ, ਪ੍ਰਣਾਮ ਕਰਨਾ। ਠੀਕ ਹੈ। ਲਾਈਕ ਅ ਡਿਵੋਟੀ ਥਰੋਇੰਗ ਅ ਹੈਂਡਫੁਲ ਆਫ ਯੈਲੋ ਰਾਈਸ ਟੂ ਦ ਬਰਡ। ਸਾਡੇ ਭਾਰਤ ਵਿੱਚ ਪੀਲੇ ਰੰਗ ਦੀ ਚੀਜ਼ਾਂ ਨੂੰ ਜਾਂ ਪੀਲੇ ਚੌਲਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਅਤੇ ਇਵੇਂ ਹੀ ਹੈ ਕਿ ਜਦੋਂ ਅਸੀਂ ਕੋਈ ਚੰਗਾ ਕੰਮ ਕਰਨ ਜਾਂਦੇ ਹਾਂ, ਅਸੀਂ ਕੁਝ ਸ਼ੁਭ ਕਰਦੇ ਹਾਂ। ਠੀਕ ਹੈ। ਲਾਈਕ ਆਪਾਂ ਪੀਲੇ ਚੌਲ ਜਿਹੜੇ ਹੈ ਉਹ ਅਸੀਂ ਪਕਸ਼ੀਆਂ ਨੂੰ ਖਿਲਾਉਂਦੇ ਹਾਂ, ਅਸੀਂ ਕਹਿੰਦੇ ਹਾਂ ਸਾਡਾ ਦਿਨ ਅੱਛਾ ਰਹੇ। ਇਹ ਤੋਂ ਭਾਵ ਇਹ ਹੈ ਕਿ ਸਾਡੇ ਲਈ ਆਪਣੀ ਮਾਂ ਦੇ ਮੂਹਰੇ ਝੁਕਣਾ ਉਸੇ ਤਰੀਕੇ ਨਾਲ ਹੈ ਕਿ ਜਿੱਦਾਂ ਅਸੀਂ ਕੁਝ ਚੰਗਾ ਕੰਮ ਕਰਨ ਲਈ ਜਾਂਦੇ ਹਾਂ, ਅਸੀਂ ਪਕਸ਼ੀਆਂ ਦੇ ਮੋਹਰੇ ਜਿਹੜੇ ਹੈ ਪੀਲੇ ਚੌਲ ਸੁੱਟਦੇ ਹਾਂ ਕਿ ਸਾਡਾ ਦਿਨ ਵਧੀਆ ਰਹੇ। ਅਤੇ ਆਹ ਚੀਜ਼ ਜਿਹੜੀ ਹੈ ਇਹਨੂੰ ਅਸੀਂ ਆਪਣੀ ਮਾਤਾ ਦੇ ਸਾਹਮਣੇ ਚੁੱਕ ਕੇ ਸਾਨੂੰ ਸੇਮ ਫੀਲਿੰਗ ਆਉਂਦੀ ਹੈ, ਅਸੀਂ ਸੇਮ ਤਰੀਕੇ ਨਾਲ ਅਸੀਂ ਆਪਣੀ ਮਾਂ ਨੂੰ ਵੀ ਸ਼ਰਧਾ ਪੂਰਵਕ ਆਪਾਂ ਪ੍ਰਣਾਮ ਕਰਦੇ ਹਾਂ। ਠੀਕ ਹੈ। ਹੋਲਡਿੰਗ ਅ ਕੈਂਡੇਲਾਬਰਮ ਮਤਲਬ ਹੁੰਦਾ ਹੈ ਕਿ ਆਪਾਂ ਆਈਡਲ ਮਤਲਬ ਮੂਰਤੀ ਦੇ ਸਾਹਮਣੇ ਅਸੀਂ ਦੀਵਾ ਲੈ ਕੇ ਖੜ੍ਹੇ ਹੋ ਜਾਈਏ। ਜਸਟ ਵਨਸ ਅ ਈਅਰ, ਸਾਲ ਵਿੱਚ ਇੱਕ ਵਾਰ ਅਸੀਂ ਮੂਰਤੀ ਦੇ ਸਾਹਮਣੇ ਦੀਵਾ ਲੈ ਕੇ ਖੜ੍ਹੇ ਹੋ ਜਾਏ। ਅਤੇ ਇਜ਼ ਡਿਸੈਕਰੇਟਿੰਗ ਮਤਲਬ ਕਿ ਇਹ ਮਾਣ ਘਟਾਉਂਦਾ ਆ ਉਹਨਾਂ ਦਾ, ਇਹ ਮਾਣ ਵਧਾਉਂਦਾ ਨਹੀਂ ਹੈ, ਮਾਣ ਘਟਾ ਰਿਹਾ ਹੈ। ਯਾਨੀ ਜੇ ਅਸੀਂ ਇੱਦਾਂ ਕਰੀਏ, ਜੇ ਦਿਨ ਸਾਲ 'ਚ ਇੱਕ ਵਾਰ ਜਾ ਕੇ ਆਪਣੀ ਆਈਡਲ ਉਹਨਾਂ ਨੂੰ ਮੂਰਤੀ ਸਮਝ ਕੇ ਉਹਨਾਂ ਦੇ ਅੱਗੇ ਅਸੀਂ ਦੀਵਾ ਲੈ ਕੇ ਖੜ੍ਹੇ ਹੋ ਜਾਈਏ, ਅਤੇ ਇਸ ਦਾ ਮਤਲਬ ਅਸੀਂ ਉਹਨਾਂ ਨੂੰ ਡਿਸਰਿਸਪੈਕਟ ਕਰ ਰਹੇ ਹਾਂ। ਠੀਕ ਹੈ। ਅਤੇ whenever I see a caterpillar slouching towards a pansy's eye or hear ancestral voices in a wind's howl, I invoke my deity sometime twice a day। ਅਤੇ ਇਹ ਜਿਹੜੀ ਲਾਈਨਸ ਹੈ ਬਹੁਤ ਹੀ ਮਹੱਤਵਪੂਰਨ ਨੇ, ਕਿਉਂਕਿ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੰਡੀਅਨ ਮੈਂਟੈਲਿਟੀ ਕੀ ਹੈ ਕਿ ਜਦ ਵੀ ਮੈਂ ਇੱਕ ਕੈਟਰਪਿਲਰ ਜਿਹੜਾ ਹੁੰਦਾ ਹੈ, ਆਪਾਂ ਇੱਕ ਸੁੰਡੀ ਨੂੰ ਕਹਿ ਸਕਦੇ ਹਾਂ। ਠੀਕ ਹੈ। ਤਿਤਲੀ ਦਾ ਪਹਿਲਾ ਜਿਹੜਾ ਪੜਾਅ ਹੁੰਦਾ ਹੈ ਕੈਟਰਪਿਲਰ ਹੁੰਦਾ ਹੈ, ਅਤੇ ਜਿੱਦਾਂ ਉਹ ਇੱਕ ਫੁੱਲ ਬਹੁਤ ਗੂੜ੍ਹੇ ਰੰਗਾਂ ਦੇ ਫੁੱਲਾਂ ਵੱਲ ਅਟਰੈਕਟ ਹੁੰਦਾ ਹੈ, ਜਿਸ ਤਰ੍ਹਾਂ ਮੈਂ ਉਹਨੂੰ ਕਵੀ ਕਹਿੰਦਾ ਕਿ ਮੈਂ ਉਹਨੂੰ ਹੌਲੀ ਹੌਲੀ ਫੁੱਲਾਂ ਵੱਲ ਜਾਂਦੇ ਹੋਏ ਦੇਖਦਾ ਹਾਂ। ਅਤੇ ਇੱਥੇ ਇਹਦਾ ਮਤਲਬ ਹੈ ਕਿ ਡਿਫੀਕਲਟ ਸਿਚੁਏਸ਼ਨ, ਜਦ ਕਿਸੇ ਇਨਸਾਨ 'ਤੇ ਬੁਰਾ ਵਕਤ ਜਾਂ ਪ੍ਰੋਬਲਮਸ ਆ ਰਹੀਆਂ ਹੁੰਦੀਆਂ ਹਨ, ਅਸੀਂ ਆਪਣੀ ਮਤਲਬ ਔਰ ਹੇਅਰ ਐਨਸੈਸਟਰਲ ਵੋਇਸਿਸ ਇਨ ਅ ਵਿੰਡਸ ਹਾਲ, ਜਿੱਦਾਂ ਬਹੁਤ ਹਨੇਰੀ ਚੱਲਦੀ ਹੈ, ਬਹੁਤ ਡਰਾਵਨੀਆਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹੈ। ਠੀਕ ਹੈ। ਅਤੇ ਮਤਲਬ ਬਹੁਤ ਸਿਚੁਏਸ਼ਨ ਇਹਦੇ ਮਤਲਬ ਇਹ ਹੈ ਕਿ ਜਦ ਮੈਂ ਇਹਦੇ ਵਿੱਚ ਆਪਣੀ ਪੂਰਵਜਾਂ ਦੀਆਂ ਆਵਾਜ਼ਾਂ ਸੁਣਦਾ ਹੈ, ਮਤਲਬ ਮੈਂ ਡਰ ਜਾਂਦਾ ਹਾਂ। ਠੀਕ ਹੈ। ਅਤੇ ਮੈਂ ਮਾਂ ਦੇ ਅੱਗੇ ਪ੍ਰਾਰਥਨਾ ਲਈ ਝੁਕ ਜਾਂਦਾ ਹਾਂ। ਆਈ ਇਨਵੋਕ ਮਾਈ ਡਾਇਟੀ ਮਤਲਬ ਮੈਂ ਪ੍ਰਾਰਥਨਾ ਲਈ ਝੁਕ ਜਾਂਦਾ ਹਾਂ। ਕਈ ਵਾਰ ਕਈ ਵਾਰ ਟਵਾਈਸ ਅ ਡੇ, ਕਈ ਵਾਰ ਮੈਂ ਦਿਨ ਵਿੱਚ 2 ਵਾਰ ਵੀ ਉਹਨਾਂ ਨੂੰ ਚੁੱਕ ਕੇ ਪ੍ਰਣਾਮ ਕਰਦਾ ਹਾਂ। ਠੀਕ ਹੈ। ਅਤੇ ਇਹਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਆ ਕਿ ਮਤਲਬ ਮੈਂ ਮੇਰੇ 'ਤੇ ਜਦ ਵੀ ਕੋਈ ਔਖਾ ਟਾਈਮ ਆਉਂਦਾ ਹੈ ਅਤੇ ਮੈਂ ਆਪਣੀ ਮਾਂ ਦਾ ਨਾਮ ਹੀ ਲੈਂਦਾ ਹਾਂ, ਮੈਂ ਉਹਨਾਂ ਕੋਲ ਹੀ ਜਾ ਕੇ ਉਹਨਾਂ ਨੂੰ ਹੀ ਧਿਆਉਂਦਾ ਆ। ਅਤੇ ਸੱਚੀ ਗੱਲ ਵੀ ਹੈ, ਜਦ ਸਾਨੂੰ ਕਦੀ ਸੱਟ ਲੱਗਦੀ ਹੈ ਜਾਂ ਅਸੀਂ ਬਹੁਤ ਔਖੇ ਟਾਈਮ 'ਚ ਹੋ ਰਹੇ ਹੁੰਦੇ ਤਾਂ ਸਾਡੇ ਮੂੰਹ 'ਚੋਂ ਆਪਣੀ ਮਾਂ ਹੀ ਨਿਕਲਦਾ ਹੈ। ਠੀਕ ਹੈ। ਅਤੇ ਇਹ ਸਾਡੀ ਮੈਂਟੈਲਿਟੀ ਹੈ ਕਿ ਅਸੀਂ ਆਪਣੀ ਮਾਂ ਨੂੰ ਬਹੁਤ ਇੰਪੋਰਟੈਂਸ ਦਿੰਦੇ ਹਾਂ। ਅਤੇ ਜਿਹੜੇ ਅੰਗਰੇਜ਼ ਹੈ
ਅਸੀਂ ਉਹ ਸਾਡਾ ਮੁਕਾਬਲਾ ਇਸ ਚੀਜ਼ 'ਚ ਨਹੀਂ ਕਰ ਸਕਦੇ। ਅਸੀਂ ਵੈਸਟਰਨ ਕਲਚਰ ਨੂੰ ਅਡੋਪਟ ਕਰੀ ਜਾਂਦੇ ਹਾਂ, ਪਰ ਅਸੀਂ ਆਪਣੀਆਂ ਚੰਗੀਆਂ ਗੱਲਾਂ ਜਿਹੜੀਆਂ ਹੈ ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਅਸੀਂ ਇੱਕ ਦਿਨ ਆਪਣੀ ਮਾਂ ਦੇ ਨਾਮ ਕਰਾਂਗੇ ਤਾਂ ਉਹ 364 ਦਿਨਾਂ ਦਾ ਕੀ ਬਣੇਗਾ ਕਿ ਉਹਨਾਂ ਦਿਨਾਂ 'ਚ ਅਸੀਂ ਆਪਣੀ ਮਾਂ ਨੂੰ ਯਾਦ ਨਹੀਂ ਕਰਾਂਗੇ। ਉਹਨਾਂ ਦਿਨਾਂ ਵਿੱਚ ਵੀ ਸਾਨੂੰ ਆਪਣੀ ਮਾਂ ਉਨੀ ਹੀ ਇੰਪੋਰਟੈਂਟ ਹੈ ਸਾਡੇ ਲਈ ਜਿੰਨੀ ਉਸ ਇੱਕ ਦਿਨ ਹੈ। ਅਤੇ ਮਤਲਬ ਇਸ ਤੋਂ ਕਵੀ ਇਹ ਕਲੀਅਰ ਕਰਨਾ ਚਾਹੁੰਦਾ ਹੈ ਕਿ ਮਾਂ ਨੂੰ ਜਿਹੜਾ ਹੈ ਪੂਰੀ ਲਾਈਫ ਇੰਪੋਰਟੈਂਸ ਦਿਓ। ਇਹ ਇੱਕ ਦਿਨ ਦੇ ਫੇਰ ਵਿੱਚ ਨਾ ਪਓ। ਆਪਾਂ ਆਪਣਾ ਕਲਚਰ ਨਹੀਂ ਛੱਡਣਾ ਚਾਹੀਦਾ ਸਾਨੂੰ ਆਪਣਾ। ਓਕੇ, ਹੋਪ ਤੁਹਾਨੂੰ ਇਹ ਕਵਿਤਾ ਐਕਸਪਲੇਨੇਸ਼ਨ ਵਧੀਆ ਲੱਗੀ ਹੋਏਗੀ।